Hello students, in this video we are going to discuss the basic concept of software engineering. And first of all we are going to discuss the definition of software engineering. Software engineering है कि सॉफ्टवेयर इंजीनियरिंग एक डिटेल स्टडी है ਜਦੋਂ ਆਪਾਂ ਕਿਸੇ ਵੀ ਸਿਸਟਮ डिज़ाइन करते हैं, डिवेलप करते हैं या मेनटेन करते हैं। ਤਾਂ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਡਿਜ਼ਾਈਨ ਪ੍ਰੋਸੈਸ ਤੋਂ ਲੈ ਕੇ ਮੇਨਟੇਨੈਂਸ ਪ੍ਰੋਸੈਸ ਤੱਕ ਹਰ ਇੱਕ ਚੀਜ਼ ਇਨਵੋਲਵ ਹੁੰਦੀ ਹੈ। ਜਦੋਂ ਸਟਾਰਟਿੰਗ ਦੇ ਵਿੱਚ ਸਿਸਟਮ ਡਿਜ਼ਾਈਨ ਕੀਤੇ ਜਾਂਦੇ ਸੀ ਤਾਂ ਸਿਸਟਮ ਲੋ ਕੁਆਲਿਟੀ ਦੇ ਪ੍ਰੋਜੈਕਟ ਬਣਦੇ ਸੀ। ਰੀਜ਼ਨ ਇਹਦੇ ਵਿੱਚ ਸੀ ਕਈ ਉਹ ਟਾਈਮ ਲਿਮਿਟ ਨੂੰ ਐਕਸੀਡ ਕਰ ਜਾਂਦੇ ਸੀ, ਕਈ ਟਾਈਮ ਬਜਟ ਦੇ ਅਕੋਰਡਿੰਗ ਨਹੀਂ ਸੀ ਬਣਦੇ, ਉਹ ਤੋਂ ਜ਼ਿਆਦਾ ਬਜਟ ਜ਼ਿਆਦਾ ਪੈਂਦਾ ਸੀ। ਸਮਟਾਈਮਸ ਕੀ ਹੈਗਾ ਕਿ ਕੁਆਲਿਟੀ ਵਾਈਜ਼ ਸਿਸਟਮ ਬੈਟਰ ਨਹੀਂ ਬਣੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਪ੍ਰੋਪਰ ਸਟਰਕਚਰ, ਇੱਕ ਪ੍ਰੋਪਰ ਟੈਕਨੀਕ ਬਣਾਏਗੀ ਤਾਂ ਕਿ ਤੁਹਾਡਾ ਜਿਹੜਾ ਸਿਸਟਮ ਹੈ, ਜੋ ਵੀ ਸੌਫਟਵੇਅਰ ਆਪਾਂ ਡਿਜ਼ਾਈਨ ਕਰੀਏ, ਉਹ ਕੰਸਿਸਟ ਕਰੈਕਟ ਔਨ ਦਾ ਟਾਈਮ ਅਤੇ ਬਜਟ ਦੇ ਵਿਚਕਾਰ ਬਣੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੌਫਟਵੇਅਰ ਇੰਜੀਨੀਅਰਿੰਗ ਨੂੰ ਦੀ ਡਿਮਾਂਡ ਕੀਤੀ ਗਈ ਕਿ ਇਹ ਸੌਫਟਵੇਅਰ ਇੰਜੀਨੀਅਰਿੰਗ ਕੇਟਰ ਕਰਦੀ ਹੈ ਕਿ ਰਿਕੁਆਇਰਮੈਂਟ ਪ੍ਰੋਸੈਸ ਤੋਂ ਲੈ ਕੇ ਮੇਨਟੇਨੈਂਸ ਪ੍ਰੋਸੈਸ ਤੱਕ ਹਰ ਇੱਕ ਚੀਜ਼ ਇੱਕ ਪ੍ਰੋਪਰ ਵੇ ਦੇ ਵਿੱਚ, ਇੱਕ ਪ੍ਰੋਪਰ ਸਟਰਕਚਰ ਦੇ ਵਿੱਚ ਹੋਏਗੀ ਤਾਂ ਕਿ ਜਿਹੜਾ ਸਿਸਟਮ ਹੈ ਕੁਆਲਿਟੀ ਵਾਈਜ਼ ਬੈਸਟ ਬਣ ਜੇ। ਸੌਫਟਵੇਅਰ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਂਦਾ, ਕਿਹੜੀਆਂ ਫੀਚਰਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਉਹ ਸਿਸਟਮਸ ਨੂੰ ਬੈਸਟ ਬਣਾ ਸਕਦੇ ਹਾਂ। ਪਹਿਲਾ ਹੈਗਾ ਆਪਰੇਸ਼ਨਲ ਫੀਚਰਸ। ਆਪਰੇਸ਼ਨਲ ਇਹ ਫਿਜ਼ੀਬਿਲਿਟੀ ਸਟੱਡੀ ਹੁੰਦੀ ਹੈ। ਆਪਰੇਸ਼ਨਲ ਫਿਜ਼ੀਬਿਲਿਟੀ, ਟ੍ਰਾਂਜ਼ੀਸ਼ਨਲ ਐਂਡ ਮੇਨਟੇਨੈਂਸ। ਇਹਦੇ ਵਿੱਚ ਕੀ ਹੁੰਦਾ ਕਿ ਸਿਸਟਮ ਬਜਟ ਦੇ ਅਕੋਰਡਿੰਗ ਹੋਵੇ, ਸਿਸਟਮ ਐਫੀਸ਼ੀਐਂਟ ਹੋਵੇ, ਉਹ ਕਰੈਕਟ ਹੋਵੇ, ਉਹ ਫੰਕਸ਼ਨਲੀ ਹਰ ਟਾਈਪ ਦੀ ਫੰਕਸ਼ਨੈਲਿਟੀ ਨੂੰ ਉਹ ਜਿਹੜਾ ਹੈਗਾ ਯੂਜ਼ਰ ਦੀ ਰਿਕੁਆਇਰਮੈਂਟ ਹੈਗੀ ਉਹਨੂੰ ਫੁਲਫਿਲ ਕਰਦਾ ਹੋਵੇ, ਡਿਪੈਂਡੇਬਿਲਿਟੀ ਹੋਵੇ ਉਹਦੇ ਵਿੱਚ, ਉਹ ਡਿਪੈਂਡ ਕਰਦਾ ਹੋਵੇ। ਡਿਪੈਂਡ ਮਤਲਬ ਕਿ ਆਪਸ ਦੇ ਵਿੱਚ ਸਾਰੇ ਜਿਹੜੇ ਉਹਦੇ ਜਿਹੜੇ ਹੈਗੇ ਆ ਕੰਪੋਨੈਂਟਸ ਹੈਗੇ ਇੱਕ ਦੂਜੇ ਨਾਲ ਰਿਲੇਟਡ ਹੋਣ। ਸਿਸਟਮ ਤੁਹਾਡਾ ਸਿਕਿਉਰ ਹੋਵੇ ਐਂਡ ਸੇਫ ਹੋਵੇ। ਇਹ ਹੈਗੀਆਂ ਆਪਰੇਸ਼ਨਲ ਜਿਹੜੀਆਂ ਰਿਕੁਆਇਰਮੈਂਟ, ਆਪਰੇਸ਼ਨਲ ਫੀਚਰਸ ਜਿਨ੍ਹਾਂ ਨੂੰ ਲੈ ਕੇ ਆਪਾਂ ਸਿਸਟਮ ਬੈਸਟ ਬਣਾਉਣਾ ਹੁੰਦਾ ਹੈ। ਨੈਕਸਟ ਹੈ ਟ੍ਰੈਡੀਸ਼ਨਲ ਫੀਚਰਸ। ਟ੍ਰੈਡੀਸ਼ਨਲ ਫੀਚਰ ਦੇ ਵਿੱਚ ਕੀ ਹੈਗਾ ਕਿ ਸਿਸਟਮ ਹਰ ਇੱਕ ਪਲੇਟਫਾਰਮ ਦੇ ਉੱਤੇ ਇੰਡੀਪੈਂਡੈਂਟਲੀ ਰਨ ਕਰੇ, ਯਾਨੀ ਕਿ ਉਹ ਪੋਰਟੇਬਲ ਹੋਵੇ, ਉਹਨੂੰ ਰੀਯੂਜ਼ ਕੀਤਾ ਜਾ ਸਕੇ ਅਤੇ ਉਹ ਜਿਸ ਟਾਈਪ ਦੀ ਜਿਹੜਾ ਹੈਗਾ ਇਨਫਰਾਸਟਰਕਚਰ ਅਵੇਲੇਬਲ ਹੈ ਯੂਜ਼ਰ ਕੋਲ, ਉਸੇ ਇਨਫਰਾਸਟਰਕਚਰ ਨੂੰ ਅਡੋਪਟ ਕਰਦਾ ਹੋਵੇ। ਨੈਕਸਟ ਹੈ ਮੇਨਟੇਨੈਂਸ। ਮੇਨਟੇਨੈਂਸ ਦੇ ਵਿੱਚ ਕੀ ਇੱਕ ਸੌਫਟਵੇਅਰ ਚੰਗਾ ਕਿਉਂ ਹੈ ਜੇ ਉਹ ਲੌਂਗ ਰਨ ਤੱਕ ਇੱਕ ਬੈਸਟ ਜਿਹੜਾ ਹੈਗਾ ਆਊਟਪੁੱਟ ਆਪਾਂ ਨੂੰ ਪ੍ਰੈਜ਼ੈਂਟ ਕਰਦਾ ਰਹੇ। ਯਾਨੀ ਅਗਰ ਟੈਕਨੋਲੋਜੀ ਇਨਵਾਇਰਮੈਂਟ ਅਗਰ ਕੁਛ ਚੇਂਜ ਹੁੰਦਾ ਹੈ ਦੈਨ ਉਹਦੇ ਵਿੱਚ ਥੋੜ੍ਹੀ ਬਹੁਤ ਮੋਡੀਫਿਕੇਸ਼ਨ ਦੇ ਨਾਲ ਹੀ ਜਿਹੜਾ ਹੈਗਾ ਸਿਸਟਮ ਤੁਹਾਡਾ ਸੇਮ ਸਿਸਟਮ ਯੂਜ਼ ਹੋ ਗਏ। ਤਾਂ ਇਹਦੇ ਵਿੱਚ ਕੀ ਆਪਾਂ ਮੋਡੂਲੈਰਿਟੀ ਦਾ ਧਿਆਨ ਰੱਖਦੇ ਹਾਂ ਕਿ ਹਰ ਇੱਕ ਸਿਸਟਮ ਨੂੰ, ਇੱਕ ਲਾਰਜ ਪ੍ਰੋਬਲਮ ਨੂੰ ਛੋਟੇ ਛੋਟੇ ਮੋਡਿਊਲਸ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਨੂੰ ਰਨ ਕਰਦੇ ਹਾਂ ਸੈਪਰੇਟਲੀ। ਬਾਏ ਚਾਂਸ ਕਿਸੇ ਇੱਕ ਮੋਡਿਊਲ ਦੇ ਵਿੱਚ ਕੁਛ ਚੇਂਜਸ ਦੀ ਲੋੜ ਹੈ ਤਾਂ ਆਪਾਂ ਨੂੰ ਪੂਰਾ ਸਿਸਟਮ ਬਦਲਣ ਦੀ ਲੋੜ ਨਹੀਂ, ਆਪਾਂ ਪਰਟੀਕੂਲਰ ਮੋਡਿਊਲ ਨੂੰ ਚੇਂਜ ਕਰਾਂਗੇ। ਮੇਨਟੇਨੈਂਸ ਕਿ ਆਪਾਂ ਨਵੀਆਂ ਉਹਦੇ ਵਿੱਚ ਅਪਡੇਸ਼ਨਸ ਕਰਦੇ ਰਹੀਏ, ਉਹ ਸਿਸਟਮ ਨੂੰ ਫਲੈਕਸੀਬਲ ਬਣਾਈਏ। ਫਲੈਕਸੀਬਲ ਕਿ ਅਗਰ ਟੈਕਨੋਲੋਜੀ, ਇਨਵਾਇਰਮੈਂਟ, ਇਨਫਰਾਸਟਰਕਚਰ ਚੇਂਜ ਵੀ ਹੋ ਗਿਆ, ਇਨ ਫਿਊਚਰ ਨਵੀਂ ਟੈਕਨੋਲੋਜੀ ਆ ਗਈ ਤਾਂ ਤੁਹਾਡਾ ਇਹ ਸਿਸਟਮ ਨਵੀਂ ਟੈਕਨੋਲੋਜੀ ਨਾਲ ਵੀ ਕੰਮ ਕਰ ਸਕੇ। ਸਿਸਟਮ ਸਕੇਲੇਬਲ ਹੋਣਾ ਚਾਹੀਦਾ ਕਿ ਸਿਸਟਮ ਜਿਹੜਾ ਹੈ ਅਗਰ ਹੁਣ ਸਮਾਲ ਸਕੇਲ 'ਤੇ ਬਿਜ਼ਨਸ ਹੈ ਉਹਦੇ ਲਈ ਸਿਸਟਮ ਕੰਮ ਕਰ ਰਿਹਾ, ਇਨ ਫਿਊਚਰ ਅਗਰ ਉਹਦਾ ਬਿਜ਼ਨਸ ਦਾ ਸਕੇਲ ਵੱਧ ਜਾਂਦਾ ਹੈ ਦੈਨ ਤੁਹਾਡਾ ਸੇਮ ਸਿਸਟਮ ਫਿਰ ਕੰਮ ਕਰਦਾ ਹੋਵੇ। ਨੈਕਸਟ ਹੈ ਸੌਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ ਕਿ ਜਦੋਂ ਆਪਾਂ ਇੱਕ ਸਿਸਟਮ ਡਿਜ਼ਾਈਨ ਕਰਨਾ ਹੈ ਉਹਦੇ ਇਹਨਾਂ ਫਿਜ਼ੀਬਿਲਿਟੀਜ਼, ਇਹਨਾਂ ਸਟੱਡੀਜ਼ ਦਾ ਧਿਆਨ ਰੱਖਣਾ ਹੈ, ਬੈਸਟ ਸਿਸਟਮ ਡਿਜ਼ਾਈਨ ਕਰਨਾ ਹੈ ਤਾਂ ਜਿਹੜਾ ਹੈ ਸੌਫਟਵੇਅਰ ਇੰਜੀਨੀਅਰਿੰਗ ਨੇ ਆਪਾਂ ਨੂੰ ਇੱਕ ਸੌਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ ਪ੍ਰੋਵਾਈਡ ਕੀਤਾ ਹੈ। ਸੌਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ ਦੇ ਵਿੱਚ ਕੀ ਹੈਗਾ ਕਿ ਜੋ ਸਿਸਟਮ ਨੂੰ ਇੱਕ ਪ੍ਰੋਪਰ ਡਿਫਰੈਂਟ ਫੇਜ਼ਿਸ ਦੇ ਵਿੱਚ ਦੀ ਹੋ ਕੇ ਫਿਰ ਜਾ ਕੇ ਰਨ ਕਰਨਾ ਹੈ। ਉਹਦੇ ਵਿੱਚੋਂ ਪਹਿਲਾ ਫੇਜ਼ ਹੈ ਕਮਿਊਨੀਕੇਸ਼ਨ। ਜਦੋਂ ਆਪਾਂ ਕਿਸੇ ਯੂਜ਼ਰ ਦੇ ਲਈ ਆਪਾਂ ਸਿਸਟਮ ਬਣਾਉਂਦੇ ਹਾਂ, ਸਾਰਿਆਂ ਨੂੰ ਪਹਿਲਾਂ ਉਸ ਬੰਦੇ ਨਾਲ ਕਮਿਊਨੀਕੇਟ ਕੀਤਾ ਜਾਵੇ, ਉਹ ਤੋਂ ਰਿਕੁਆਇਰਮੈਂਟ ਗੈਦਰ ਕੀਤੀਆਂ ਜਾਣ, ਉਹਨਾਂ ਰਿਕੁਆਇਰਮੈਂਟ ਦੀ ਫਿਜ਼ੀਬਿਲਿਟੀ ਸਟੱਡੀ ਕੀਤੀ ਜਾਵੇ। ਸਿਸਟਮ ਜਿਹੜਾ ਬਣਿਆ ਸਿਸਟਮ ਪਿਆ ਹੁੰਦਾ, ਸਮਟਾਈਮਸ ਸੇਮ ਜੋ ਸਿਸਟਮ ਹੈਗਾ ਉਹਦਾ ਐਗਜ਼ਿਸਟਿੰਗ ਸਿਸਟਮ ਮਾਰਕੀਟ ਦੇ ਵਿੱਚ ਪਿਆ ਹੁੰਦਾ, ਉਹਨੂੰ ਐਨਾਲਾਈਜ਼ ਕੀਤਾ ਜਾਵੇ। ਜਾਂ ਯੂਜ਼ਰ ਨੇ ਜਿਹੜਾ ਬਿਲਕੁਲ ਨਵਾਂ ਫਰੈਸ਼ ਸਿਸਟਮ ਆਪਾਂ ਨੂੰ ਡਿਜ਼ਾਈਨ ਕਰਨਾ ਦਿੱਤਾ ਹੈ ਉਹਦੇ ਲਈ ਆਪਾਂ ਉਹ ਪਹਿਲਾਂ ਕਿੱਦਾਂ ਕੰਮ ਕਰਦੇ ਸੀ ਉਹਨਾਂ ਜਿਹੜਾ ਹੈ ਸਟਰਕਚਰ ਨੂੰ ਐਨਾਲਾਈਜ਼ ਕਰਦੇ ਹਾਂ। ਫਿਰ ਸਿਸਟਮ ਦੀ ਡਿਜ਼ਾਈਨਿੰਗ ਕਰਦੇ ਹਾਂ। ਡਿਜ਼ਾਈਨਿੰਗ ਤੋਂ ਬਾਅਦ ਕੋਡਿੰਗ ਹੁੰਦੀ ਹੈ। ਕੋਡਿੰਗ ਇੱਕ ਪਰਟੀਕੂਲਰ ਲੈਂਗੁਏਜ ਦੇ ਵਿੱਚ ਕਨਵਰਟ ਹੋ ਜਾਂਦਾ, ਜੋ ਵੀ ਆਪਾਂ ਡਿਜ਼ਾਈਨ ਬਣਾਇਆ ਹੁੰਦਾ। ਡਿਜ਼ਾਈਨ ਲਾਈਕ ਆਪਾਂ ਡਾਟਾ ਫਲੋ ਡਾਇਗਰਾਮ ਵੀ ਬਣਾ ਸਕਦੇ ਹਾਂ, ਡਿਸੀਜ਼ਨ ਟਰੀ ਵੀ ਬਣਾ ਸਕਦੇ ਹਾਂ, ਡਾਟਾ ਡਿਕਸ਼ਨਰੀ ਵੀ ਬਣਾਉਂਦੇ ਹਾਂ, ਜਨਰਲ ਇੰਗਲਿਸ਼ ਸਟਰਕਚਰ ਇੰਗਲਿਸ਼ ਵੀ ਲਿਖਦੇ ਹਾਂ, ਐਲਗੋਰਿਦਮ ਰਾਈਟ ਕਰਦੇ ਹਾਂ। ਇਹਨੂੰ ਫਿਰ ਆਪਾਂ ਕਾਜ ਕਨਵਰਟ ਕਰਨਾ ਹੁੰਦਾ, ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਹੁੰਦਾ। ਜਦੋਂ ਇੱਕ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਦੈਨ ਆਪਾਂ ਉਹਦੇ ਵਿੱਚ ਟੈਸਟ ਕੇਸਿਸ ਪਾਸ ਕਰਕੇ ਦੇਖਦੇ ਹਾਂ ਕਿ ਇਹ ਵਾਲਾ ਸਿਸਟਮ ਵੈਲਿਡ ਹੈ ਜਾਂ ਨਹੀਂ ਹੈ, ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੈ ਜਾਂ ਨਹੀਂ ਹੈ।
ਹੈ, ਆਊਟਪੁੱਟ ਸਹੀ ਜਨਰੇਟ ਕਰ ਰਿਹਾ, ਉਹਦਾ ਹਰ ਇੱਕ ਮੋਡਿਊਲ ਐਕੂਰੇਟਲੀ ਰਨ ਹੋ ਰਿਹਾ ਹੈ ਨਹੀਂ ਹੋ ਰਿਹਾ। ਫਿਰ ਉਹਦੇ ਮੋਡਿਊਲਸ ਨੂੰ ਆਪਾਂ ਇੰਟੀਗ੍ਰੇਟ ਕਰਕੇ ਉਹਦੀ ਕੰਬਾਈਨ ਕਰਕੇ ਉਹਦੀ ਜਿਹੜੀ ਹੈਗੀ ਟੈਸਟਿੰਗ ਕਰਦੇ ਹਾਂ, ਸਿਸਟਮ ਅਸੈਪਟੈਂਸ ਟੈਸਟਿੰਗ ਕਰਦੇ ਹਾਂ। ਜਦੋਂ ਯੂਜ਼ਰ ਉਸ ਨੂੰ ਜਿਹੜਾ ਹੈ ਅਪਰੂਵ ਕਰ ਦਿੰਦਾ, ਜਿਹੜਾ ਹੈਗਾ ਅਪਰੂਵਲ ਦੇ ਦਿੰਦਾ ਹੈਗਾ ਕਿ ਇਟ ਇਜ਼ ਵੈਲਿਡ ਐਂਡ ਅਕੋਰਡਿੰਗ ਟੂ ਮਾਈ ਰਿਕੁਆਇਰਮੈਂਟ, ਦੈਨ ਆਪਾਂ ਸਿਸਟਮ ਨੂੰ ਇੰਪਲੀਮੈਂਟ ਕਰਦੇ ਹਾਂ, ਸਿਸਟਮ ਨੂੰ ਯੂਜ਼ਰ ਦੇ ਇੰਸਟਾਲ ਕਰ ਦਿੰਦੇ ਹਾਂ ਸਿਸਟਮ ਦੇ ਉੱਤੇ। ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਜਿਹੜੀ ਹੈ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ ਅਤੇ ਉਹਨੂੰ ਇੰਪਲੀਮੈਂਟ ਕਰਨਾ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਆਪਰੇਸ਼ਨਲ ਐਂਡ ਮੇਨਟੇਨੈਂਸ। ਜਦੋਂ ਸਿਸਟਮ ਇੱਕ ਵਾਰ ਇੰਪਲੀਮੈਂਟ ਹੋ ਗਿਆ ਉੱਥੇ ਸਾਰਾ ਕੰਮ ਖਤਮ ਨਹੀਂ। ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਕੀ ਹੈ ਕਿ ਸੌਫਟਵੇਅਰ ਬੈਸਟ ਕਦੋਂ ਹੈ, ਜਦੋਂ ਟਾਈਮ ਟੂ ਟਾਈਮ ਉਹਦੇ ਵਿੱਚ ਆਪਰੇਸ਼ਨਸ ਹੁੰਦੀਆਂ ਰਹਿਣ, ਉਹਦੇ ਵਿੱਚ ਨਵੇਂ ਆਪਰੇਸ਼ਨਸ ਐਡ ਹੁੰਦੇ ਰਹਿਣ ਅਤੇ ਯੂਜ਼ਰ ਜਿਹੜੀਆਂ ਹੈ ਟੈਕਨੋਲੋਜੀ ਬਦਲਣ ਦੇ ਨਾਲ ਵੀ ਉਹਦੇ ਉੱਤੇ ਕੋਈ ਇਫੈਕਟ ਨਾ ਹੋਵੇ। ਮਾਈਨਰ ਚੇਂਜਸ ਤੋਂ ਬਾਅਦ ਉਹ ਸੇਮ ਜਿਹੜੀ ਹੈ ਨਵੀਂ ਟੈਕਨੋਲੋਜੀ ਉੱਤੇ ਸੇਮ ਸੌਫਟਵੇਅਰ ਰਨ ਹੋ ਸਕੇ, ਦੈਟ ਇਜ਼ ਮੇਨਟੇਨੈਂਸ। ਹੁਣ ਸੌਫਟਵੇਅਰ ਇੰਜੀਨੀਅਰਿੰਗ ਦੇ ਗੋਲ ਕੀ ਹੈ, ਕਿਉਂ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਯੂਜ਼ ਕਰਦੇ ਹਾਂ। ਸੌਫਟਵੇਅਰ ਇੰਜੀਨੀਅਰਿੰਗ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਜਿਹੜਾ ਸੌਫਟਵੇਅਰ ਹੈ ਬਿਲਕੁਲ ਐਕੂਰੇਟ ਬਣੇ, ਠੀਕ ਹੈ। ਐਕੂਰੇਟ ਕਰਨ ਦੇ ਲਈ ਉਹਦੇ ਕੀ ਪੈਰਾਮੀਟਰਸ ਨੇ। ਪਹਿਲਾ ਹੈ ਸੌਫਟਵੇਅਰ ਰੀਡੇਬਲ ਹੋਵੇ, ਸੌਫਟਵੇਅਰ ਨੂੰ ਕੋਈ ਵੀ ਬੰਦਾ ਰੀਡ ਕਰ ਸਕੇ, ਈਜ਼ੀਲੀ ਉਹਨੂੰ ਅੰਡਰਸਟੈਂਡ ਕਰ ਸਕੇ। ਸੌਫਟਵੇਅਰ ਕਰੈਕਟ ਹੋਵੇ, ਜਿਸ ਤਰ੍ਹਾਂ ਦੇ ਆਊਟਪੁੱਟ ਜੋ ਯੂਜ਼ਰ ਨੂੰ ਚਾਹੀਦੇ ਸੀ ਉਸ ਤਰ੍ਹਾਂ ਦੀ ਆਊਟਪੁੱਟ ਜਨਰੇਟ ਕਰਦਾ ਹੋਵੇ। ਸੌਫਟਵੇਅਰ ਰਿਲਾਇਬਲ ਹੋਵੇ, ਜਿਸ ਦੇ ਉੱਤੇ ਟਰਸਟ ਕੀਤਾ ਜਾ ਸਕੇ, ਸਿਕਿਉਰਿਟੀ ਇਸ਼ੂਜ਼ ਜਾਂ ਕਿਸੇ ਟਾਈਪ ਦੀ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਇਸ ਤਰ੍ਹਾਂ ਦੀ। ਸੌਫਟਵੇਅਰ ਰੀਯੂਜ਼ੇਬਲ ਹੋਵੇ, ਸੌਫਟਵੇਅਰ ਨੂੰ ਇਹ ਨਹੀਂ ਕਿ ਇੱਕ ਵਾਰ ਡਿਜ਼ਾਈਨ ਕਰਤਾ ਉਸ ਤੋਂ ਬਾਅਦ ਜਦੋਂ ਨਵਾਂ ਕੁਛ ਕਰਨਾ ਹੈ, ਨਵੀਂ ਟੈਕਨੋਲੋਜੀ ਆ ਗਈ ਦੈਨ ਆਪਾਂ ਨਵੇਂ ਸਿਰੇ ਤੋਂ ਸੌਫਟਵੇਅਰ ਬਣਾਉਣਾ ਪਵੇ, ਨਹੀਂ, ਆਪਾਂ ਉਸੇ ਸਿਸਟਮ ਦੇ ਵਿੱਚ ਕੁਛ ਚੇਂਜਿਸ ਕਰੀਏ ਅਤੇ ਉਹਨੂੰ ਯੂਜ਼ ਕਰ ਸਕੀਏ। ਐਕਸਟੈਂਡੇਬਲ ਹੋਣਾ ਚਾਹੀਦਾ ਤੁਹਾਡਾ ਸੌਫਟਵੇਅਰ। ਇਹ ਨਹੀਂ ਹੈ ਕਿ ਅੱਜ ਛੋਟੇ ਸਕੇਲ 'ਤੇ ਬਣਾਇਆ ਅਤੇ ਕੱਲ੍ਹ ਨੂੰ ਮੇਰਾ ਬਿਜ਼ਨਸ ਐਕਸਟੈਂਡ ਹੋ ਗਿਆ ਦੈਨ ਮੈਂ ਉਹ ਸੇਮ ਸੌਫਟਵੇਅਰ ਨੂੰ ਯੂਜ਼ ਨਹੀਂ ਕਰ ਸਕੀ। ਉਹ ਸੌਫਟਵੇਅਰ ਦੇ ਵਿੱਚ ਹੀ ਮਾਈਨਰ ਚੇਂਜਿਸ ਕਰਕੇ ਜਾਂ ਕਿਸੇ ਤਰ੍ਹਾਂ ਦੀ ਅਮੈਂਡਮੈਂਟਸ ਕਰਕੇ ਉਸੇ ਸਿਸਟਮ ਨੂੰ ਐਕਸਟੈਂਡ ਕੀਤਾ ਜਾ ਸਕੇ। ਫਲੈਕਸੀਬਲ ਹੋਣਾ ਚਾਹੀਦਾ, ਉਹਦੇ ਚੇਂਜਿਸ ਦੀ ਜਿਹੜੀ ਹੈਗੀ ਆ ਜਗ੍ਹਾ ਹੋਣੀ ਚਾਹੀਦੀ ਹੈ ਕਿ ਸਿਸਟਮ ਦੇ ਵਿੱਚ ਸਿਸਟਮ ਇੰਨਾ ਕੁ ਫਲੈਕਸੀਬਲ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਪਲੇਟਫਾਰਮ 'ਤੇ ਇੰਡੀਪੈਂਡੈਂਟਲੀ ਰਨ ਹੋ ਸਕੇ। ਅਤੇ ਜੇ ਕਿਸੇ ਇਹੋ ਜਿਹੇ ਪਲੇਟਫਾਰਮ ਦੇ ਉੱਤੇ ਉਹਨੂੰ ਰਨ ਕਰਨਾ ਪੈ ਰਿਹਾ ਜਿਹਦੇ ਲਈ ਉਹ ਬਣਿਆ ਨਹੀਂ, ਅਤੇ ਉਹਦੇ ਵਿੱਚ ਕੁਛ ਚੇਂਜਿਸ ਕਰਕੇ ਉਹਨੂੰ ਇਸ ਤਰ੍ਹਾਂ ਦਾ ਫਲੈਕਸੀਬਲ ਸੌਫਟਵੇਅਰ ਬਣਾਉਣਾ ਚਾਹੀਦਾ ਕਿ ਉਹ ਹਰ ਟਾਈਪ ਦੇ ਇਨਵਾਇਰਮੈਂਟ ਨੂੰ ਅਡੋਪਟ ਕਰ ਸਕੇ। ਸੌਫਟਵੇਅਰ ਐਫੀਸ਼ੀਐਂਟ ਹੋਣਾ ਚਾਹੀਦਾ, ਐਫੀਸ਼ੀਐਂਟ ਕਿ ਯੂਜ਼ਰ ਦੀ ਹਰ ਇੱਕ ਰਿਕੁਆਇਰਮੈਂਟ ਨੂੰ ਫਿਲਫਿਲ ਕਰਦਾ ਹੋਣਾ ਚਾਹੀਦਾ। ਹੁਣ ਆ ਗਿਆ ਸੌਫਟਵੇਅਰ ਪ੍ਰੋਜੈਕਟ ਮੈਨੇਜਰ। ਹੁਣ ਜਦੋਂ ਆਪਾਂ ਇੱਕ ਸੌਫਟਵੇਅਰ ਡਿਜ਼ਾਈਨ ਕਰਦੇ ਹਾਂ ਤਾਂ ਇੱਕ ਪ੍ਰੋਪਰ ਟੀਮ ਹੁੰਦੀ ਹੈ, ਟੀਮ ਉਹ ਸਾਰੇ ਸਿਸਟਮ ਨੂੰ ਡਿਜ਼ਾਈਨ ਕਰਨ ਦੇ ਵਿੱਚ ਹੈਲਪ ਕਰਦੀ ਹੈ ਇੱਕ ਦੂਸਰੇ ਦੀ। ਤਾਂ ਉਹਦੇ ਵਿੱਚੋਂ ਜਿਹੜਾ ਟੀਮ ਦਾ ਮੋਸਟ ਇੰਪੋਰਟੈਂਟ ਪਰਸਨ ਹੁੰਦਾ ਦੈਟ ਇਜ਼ ਸੌਫਟਵੇਅਰ ਪ੍ਰੋਜੈਕਟ ਮੈਨੇਜਰ। ਉਸ ਦੀ ਪੂਰੀ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਸਾਰੇ ਸਿਸਟਮ ਨੂੰ ਕਿੱਦਾਂ ਰਨ ਕਰਨਾ ਹੈ, ਕਿੱਦਾਂ ਸਕਸੈਸਫੁਲੀ ਸਿਸਟਮ ਨੂੰ ਕੰਪਲੀਟ ਕਰਨਾ ਹੈ, ਜੋ ਵੀ ਟਾਸਕ ਆਪਾਂ ਦਿੱਤਾ ਸੀ ਉਹ ਟਾਸਕ ਦੀ ਕਿਸ ਤਰ੍ਹਾਂ ਲੋਕਾਂ ਜਿਹੜਾ ਹੈਗਾ ਯੂਜ਼ਰ ਦੇ ਸਾਹਮਣੇ ਉਹਨੂੰ ਰੱਖਣਾ ਹੈ। ਤਾਂ ਪੂਰੀ ਰਿਸਪੋਂਸੀਬਿਲਿਟੀ ਉਸ ਪ੍ਰੋਜੈਕਟ ਮੈਨੇਜਰ ਦੀ ਹੁੰਦੀ ਹੈ ਕਿ ਉਹਨੇ ਆਪਣੀ ਟੀਮ ਤੋਂ ਬੈਸਟ ਕੰਮ ਲੈਣਾ ਹੈਗਾ। ਕੋਸਟ ਦੀ ਪਹਿਲਾਂ ਹੈਗਾ ਸੌਫਟਵੇਅਰ ਦਾ ਜਿਹੜਾ ਪ੍ਰੋਜੈਕਟ ਆਪਾਂ ਡਿਜ਼ਾਈਨ ਕਰਾਂਗੇ ਉਹਦਾ ਪ੍ਰਪੋਜ਼ਲ ਉਹ ਲਿਖੇਗਾ, ਉਹ ਰਾਈਟ ਕਰੇਗਾ। ਫਿਰ ਉਹ ਅਪਰੂਵ ਹੋਣ ਤੋਂ ਬਾਅਦ ਉਹਦਾ ਐਸਟੀਮੇਸ਼ਨ, ਕੋਸਟ ਦਾ ਐਸਟੀਮੇਸ਼ਨ ਦੇਗਾ, ਉਹ ਸ਼ਡਿਊਲ ਦਾ ਐਸਟੀਮੇਸ਼ਨ ਦੇਗਾ ਕਿ ਕਿੰਨੇ ਟਾਈਮ ਪੀਰੀਅਡ ਦੇ ਉੱਤੇ ਸਿਸਟਮ ਤਿਆਰ ਹੋ ਜਾਏਗਾ। ਉਹ ਪ੍ਰੋਜੈਕਟ ਦੇ ਵਿੱਚ ਸਟਾਫਿੰਗ ਕਰੇਗਾ ਕਿ ਕਿਹੜੇ ਬੰਦੇ 'ਚ ਕੀ ਕੁਆਲਿਟੀ ਹੈ, ਕੀ ਉਹਦੀ ਸਪੈਸ਼ਲਾਈਜੇਸ਼ਨ ਹੈ, ਉਸ ਬੰਦੇ ਨੂੰ ਕਿਸ ਜਗ੍ਹਾ 'ਤੇ ਮੈਂ ਅਪਾਇੰਟ ਕਰਨਾ ਹੈ। ਸੌਫਟਵੇਅਰ ਪ੍ਰੋਸੈਸ ਦੀ ਟੇਲਰਿੰਗ ਕਰੇਗਾ, ਉਹਨੂੰ ਮੋਨੀਟਰ ਕਰੇਗਾ। ਟੇਲਰਿੰਗ ਉਹਨੂੰ ਕਿੱਦਾਂ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਕਿਹਨੂੰ ਕਿਹੜਾ ਪਾਰਟ ਦੇਣਾ ਹੈ, ਫਿਰ ਉਹਨੂੰ ਮੋਨੀਟਰ ਕਰਨਾ ਹੈ ਅਤੇ ਕੰਟਰੋਲ ਦੇ ਵਿੱਚ ਰੱਖਣਾ ਹੈਗਾ ਕਿ ਇਹ ਸੌਫਟਵੇਅਰ ਪ੍ਰੋਜੈਕਟ ਜਿਸ ਤਰ੍ਹਾਂ ਦੀ ਮੈਂ ਕੋਸਟ, ਜਿਸ ਤਰ੍ਹਾਂ ਦਾ ਸ਼ੈਡਿਊਲ, ਜਿਸ ਤਰ੍ਹਾਂ ਦੀ ਸਟਾਫਿੰਗ ਮੈਂ ਕੀਤੀ ਸੀ ਉਸ ਦੇ ਅਕੋਰਡਿੰਗ ਹੀ ਕੰਮ ਹੋ ਰਿਹਾ ਹੈ, ਡਿਲੇ ਤਾਂ ਨਹੀਂ ਹੋ ਰਿਹਾ ਹੈ। ਫਿਰ ਉਹਦੇ ਵਿੱਚ ਕੌਨਫੀਗਰੇਸ਼ਨ ਮੈਨੇਜਮੈਂਟ ਵੀ ਕੰਮ ਕਰਨਾ ਹੈਗਾ, ਪ੍ਰੋਜੈਕਟ ਮੈਨੇਜਰ ਦਾ ਕੰਮ ਹੋਏਗਾ ਕਿ ਜਿਹੜਾ ਹੈ ਸੌਫਟਵੇਅਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਸਕ ਤਾਂ ਨਹੀਂ ਆ ਰਿਹਾ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਪਾਂ ਫੇਸ ਕਰ ਰਹੇ, ਟੈਕਨੋਲੋਜੀ ਤਾਂ ਨਹੀਂ ਚੇਂਜ ਹੋ ਰਹੀ, ਜਾਂ ਬਾਹਰਲੇ ਇਨਵਾਇਰਮੈਂਟ ਦਾ ਕੋਈ ਇਫੈਕਟ ਤਾਂ ਨਾ ਪੈ ਰਿਹਾ ਸਿਸਟਮ ਦੇ ਵਿੱਚ। ਫਿਰ ਉਹਦੇ ਲਈ ਰਿਪੋਰਟ ਰਾਈਟ ਕਰਨਾ ਵੀ ਪ੍ਰੋਜੈਕਟ ਮੈਨੇਜਰ ਦਾ ਕੰਮ ਹੋਏਗਾ। ਅਤੇ ਇੰਟਰਫੇਸ ਪ੍ਰੋਵਾਈਡ ਕਰਨਾ ਇੱਕ ਕਲਾਇੰਟ ਦੇ ਵਿੱਚ, ਕਿਉਂਕਿ ਕਲਾਇੰਟ ਨੇ ਆਪਾਂ ਨੂੰ ਰਿਕੁਆਇਰਮੈਂਟ ਦਿੱਤੀਆਂ ਨੇ, ਉਹਦੇ ਅਕੋਰਡਿੰਗ ਆਪਾਂ ਸੌਫਟਵੇਅਰ ਬਣਾਉਣਾ ਹੈ। ਟਾਈਮ ਟੂ ਟਾਈਮ ਆਪਾਂ ਕਲਾਇੰਟ ਦੇ ਨਾਲ ਡਿਸਕਸ ਕਰੀਏ, ਪ੍ਰੋਜੈਕਟ ਮੈਨੇਜਰ ਕਲਾਇੰਟ ਦੇ ਨਾਲ ਡਿਸਕਸ ਕਰੇਗਾ ਕਿ ਕਿਸੇ ਤਰ੍ਹਾਂ ਦੀ ਜੋ ਆਪਣਾ ਸਿਸਟਮ ਬਣਾ ਰਿਹਾ ਹੈ, ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿ ਸਿਸਟਮ ਜਿਹੜਾ ਹੈ ਯੂਜ਼ਰ ਦੇ ਅਕੋਰਡਿੰਗ ਨਹੀਂ ਬਣ ਰਿਹਾ। ਤਾਂ ਜਿਹੜਾ ਇਹਦਾ ਪੂਰਾ ਦਾ ਪੂਰਾ ਟਾਸਕ ਹੈ ਪ੍ਰੋਜੈਕਟ ਮੈਨੇਜਰ ਦਾ, ਉਹਨੂੰ ਆਪਾਂ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ, ਪ੍ਰੋਜੈਕਟ ਪਲਾਨਿੰਗ ਐਂਡ ਪ੍ਰੋਜੈਕਟ ਮੋਨੀਟਰਿੰਗ ਐਂਡ ਕੰਟਰੋਲ। ਪ੍ਰੋਜੈਕਟ ਪਲਾਨਿੰਗ ਕੀ ਹੁੰਦਾ ਹੈ ਕਿ ਜਦੋਂ ਆਪਾਂ ਸਿਸਟਮ ਨਵਾਂ ਡਿਜ਼ਾਈਨ ਕਰਦੇ ਹਾਂ ਤਾਂ ਉਹ ਸਿਸਟਮ ਦੇ ਵਿੱਚ ਬਣਾਉਣ ਤੋਂ ਪਹਿਲਾਂ ਉਹਦਾ ਇੱਕ ਪ੍ਰੋਪਰ ਪਲਾਨ ਬਣਾ ਲਈਏ। ਉਹਦਾ ਪ੍ਰੋਪਰ ਪਹਿਲਾ ਹੈਗਾ ਉਹਦੇ ਵਿੱਚ ਚੀਜ਼ ਐਸਟੀਮੇਸ਼ਨ, ਕੋਸਟ ਦਾ ਐਸਟੀਮੇਸ਼ਨ, ਟਾਈਮ ਦਾ ਐਸਟੀਮੇਸ਼ਨ, ਅਤੇ ਕਿੰਨੀ ਐਫਰਟਸ ਲੱਗਣੀਆਂ, ਮੈਨ ਪਾਵਰ,
ਸੌਫਟਵੇਅਰ ਐਂਡ ਹਾਰਡਵੇਅਰ ਰਿਕੁਆਇਰਮੈਂਟਸ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਹੀ ਡਿਸਕਸ ਕਰੀਏ। ਇਹਦੇ ਵਿੱਚ ਆਪਾਂ ਜਦੋਂ ਅਗਰ ਆਪਾਂ ਇਹਨਾਂ ਚੀਜ਼ਾਂ ਦੀ ਪ੍ਰੋਪਰ ਫਿਜ਼ੀਬਿਲਿਟੀ ਸਟੱਡੀ ਕੀਤੀ ਹੈ, ਦੈਨ ਆਪਣੇ ਵਿੱਚ ਜਿਹੜਾ ਹੈਗਾ ਜਿਹੜਾ ਸੌਫਟਵੇਅਰ ਹੈ ਬੈਸਟ ਕੁਆਲਿਟੀ ਦਾ ਬਣੇਗਾ। ਨੈਕਸਟ ਹੈ ਸ਼ੈਡਿਊਲਿੰਗ। ਜਦੋਂ ਆਪਾਂ ਸਿਸਟਮ ਦੇ ਇਹਨਾਂ ਦੀ ਐਸਟੀਮੇਸ਼ਨ ਲਾ ਲਿਆ, ਫਿਰ ਉਹਦੀ ਪ੍ਰੋਪਰ ਸ਼ੈਡਿਊਲਿੰਗ ਕਰਨੀ ਹੈ ਕਿ ਕਿਹੜਾ ਜਿਹੜਾ ਪ੍ਰੋਜੈਕਟ ਹੈ, ਲਾਰਜ ਪ੍ਰੋਬਲਮ ਹੈ, ਉਹਨੂੰ ਸਮਾਲ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਉਹਦੇ ਵਿੱਚ ਕਿੰਨੀ ਮੈਨ ਪਾਵਰ, ਕਿਹੜੇ ਪਾਰਟ ਦੇ ਵਿੱਚ ਕਿਹੜੀ ਟੀਮ ਨੇ ਕੀ ਕੰਮ ਕਰਨਾ ਹੈ, ਇਸ ਤਰ੍ਹਾਂ ਦੀ ਪ੍ਰੋਪਰ ਇਹਦਾ ਇੱਕ ਸਟਰਕਚਰ ਬਣਾ ਲਈਏ ਅਤੇ ਕਿਹੜੀ ਟੀਮ ਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਪ੍ਰੋਵਾਈਡ ਕੀਤੇ ਜਾਣਗੇ। ਫਿਰ ਉੱਥੇ ਸਟਾਫਿੰਗ ਕਰਨੀ ਹੈ, ਕਿਸ ਟੀਮ ਦੇ ਵਿੱਚ ਕਿੰਨੇ ਮੈਂਬਰ ਹੋਣਗੇ, ਕਿਸ ਬੰਦੇ ਦੀ ਕੀ ਸਪੈਸ਼ਲਾਈਜੇਸ਼ਨ ਹੈ, ਅਤੇ ਉਸ ਦੇ ਅਕੋਰਡਿੰਗ ਇੱਕ ਪਲਾਨ ਬਣਾਉਣਾ ਹੈ। ਰਿਸਕ ਮੈਨੇਜਮੈਂਟ, ਬਾਏ ਚਾਂਸ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ, ਕੋਈ ਰਿਸਕ ਨਜ਼ਰ ਆ ਰਿਹਾ ਹੈ ਤਾਂ ਉਸ ਡੈਮੇਜ ਨੂੰ ਸੇਮ ਜਗ੍ਹਾ ਦੇ ਉੱਤੇ ਹੀ ਡਿਟੈਕਟ ਕੀਤਾ ਜਾਵੇ ਅਤੇ ਉਹਨੂੰ ਰਿਮੂਵ ਕੀਤਾ ਜਾ ਕੇ, ਤਾਂ ਕਿ ਇਨ ਫਿਊਚਰ ਇਸ ਤਰ੍ਹਾਂ ਦੇ ਰਿਸਕ ਹੈਗੇ ਜਿਹੜੇ, ਕਿਉਂਕਿ ਜੇ ਪਹਿਲੇ ਫੇਜ਼ 'ਤੇ ਉਹਨੂੰ ਡਿਟੈਕਟ ਕਰ ਲਿਆ ਤਾਂ ਲਾਸਟ ਫੇਜ਼ਿਸ 'ਤੇ ਜਾ ਕੇ ਆਪਣਾ ਬੈਸਟ ਸੌਫਟਵੇਅਰ ਬਣੇਗਾ। ਅਗਰ ਪਹਿਲੇ ਫੇਜ਼ 'ਤੇ ਜਿਹੜਾ ਹੈ ਰਿਸਕ ਤੁਸੀਂ ਡਿਟੈਕਟ ਨਹੀਂ ਕੀਤਾ ਤਾਂ ਲਾਸਟ ਫੇਜ਼ਿਸ ਦੇ ਉੱਤੇ ਬੰਦਾ ਇੱਕ ਵੱਡੀ ਪ੍ਰੋਬਲਮ ਆਪਣੇ ਸਾਹਮਣੇ ਆ ਜਾਏਗੀ। ਮਿਸਲੇਨੀਅਸ ਪਲਾਨ, ਜਿਹੜੇ ਛੋਟੇ ਕੁਆਲਿਟੀ ਬੈਸਟ ਬਣਨੀ ਚਾਹੀਦੀ ਹੈ, ਸੌਫਟਵੇਅਰ ਨੂੰ ਕਿੱਦਾਂ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਹੈ, ਇਹ ਮਿਸਲੇਨੀਅਸ ਪਲਾਨ ਹੀ ਆਪਣੇ ਪ੍ਰੋਜੈਕਟ ਦੇ ਵਿੱਚ ਆ ਜਾਂਦੇ। ਕਿ ਲਾਰਜ ਪ੍ਰੋਬਲਮ ਸਮਾਲ ਪਾਰਟਸ ਦੇ ਵਿੱਚ ਤੁਸੀਂ ਟੌਪ ਡਾਊਨ ਅਪਰੋਚ ਬਣਾ ਲਿਓ, ਜਿਹੜੀ ਬਾਟਮ ਅਪ ਸਟ੍ਰੈਟਜੀ, ਕਿਸ ਤਰ੍ਹਾਂ ਦਾ ਤੁਸੀਂ ਪਲਾਨਿੰਗ ਕਰਦੇ ਹੋ ਸੌਫਟਵੇਅਰ ਦੀ, ਇਸ ਦੇ ਵਿੱਚ ਆ ਜਾਂਦਾ ਹੈ। ਨੈਕਸਟ ਹੈ ਪ੍ਰੋਜੈਕਟ ਦੀ ਮੋਨੀਟਰਿੰਗ ਕਰਨੀ। ਹੁਣ ਸੌਫਟਵੇਅਰ ਦਾ ਜਿਹੜਾ ਹੈ ਪਲਾਨ ਬਣਾਤਾ, ਸਟਾਫ ਅਪਾਇੰਟ ਕਰਤਾ ਹੈ, ਦੈਨ ਉਹ ਸਿਸਟਮ ਹੈਗਾ ਡਿਜ਼ਾਈਨ ਹੋਣਾ ਸ਼ੁਰੂ ਹੋ ਗਿਆ। ਹੁਣ ਆਪ ਉਸ ਦੀ ਮੋਨੀਟਰਿੰਗ ਕਰਨੀ ਹੈ। ਟੀਮ ਜਿਹੜੀ ਬਣਾਈ ਹੈ ਉਹਨੂੰ ਲੀਡ ਕਰਨਾ ਹੈ। ਲੀਡ ਕਰਨ ਦਾ ਮਤਲਬ ਕਿ ਉਹਨਾਂ ਦੇ ਸਕਿੱਲ ਚੈੱਕ ਕਰਦੇ ਆ। ਜੇ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਕੋਈ ਆ ਰਿਹਾ ਹੈ, ਕਿਸੇ ਦੇ ਵਿੱਚ ਉਹ ਪਰਟੀਕੂਲਰ ਸਿਸਟਮ ਦੀ ਨੌਲੇਜ ਨਹੀਂ ਹੈ, ਦੈਨ ਉਹਨੂੰ ਟ੍ਰੇਨਿੰਗ ਪ੍ਰੋਵਾਈਡ ਕਰੋ ਇੰਪਲਾਈ ਨੂੰ। ਦੈਨ ਉਹਨੂੰ ਟੀਮ ਮੈਂਬਰਸ ਨੂੰ ਮੋਟੀਵੇਟ ਕਰੋ ਕਿ ਸਿਸਟਮ ਇੱਕ ਸਕਸੈਸਫੁਲ ਸਿਸਟਮ, ਇੱਕ ਬੈਟਰ ਸਿਸਟਮ ਡਿਜ਼ਾਈਨ ਹੋ ਜੇ। ਟਰੈਕਿੰਗ ਦਾ ਪ੍ਰੋਸੈਸ, ਉਸ ਸਿਸਟਮ ਜਿਹੜਾ ਹੈਗਾ ਉਹਨੂੰ ਆਪਾਂ ਇੱਕ ਫਲੋ ਦੇ ਵਿੱਚ ਰਨ ਹੋ ਰਿਹਾ ਜਾਂ ਨਹੀਂ ਹੋਣਾ, ਉਹਦੇ ਉੱਤੇ ਪ੍ਰੋਪਰ ਟਰੇਸ ਕਰਦੇ ਰਹਿਣਾ ਉਹਨੂੰ ਕਿ ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਪ੍ਰੋਡਕਟ ਬਣ ਰਿਹਾ ਹੈ। ਡਾਕੂਮੈਂਟੇਸ਼ਨ ਬਣਾਉਣਾ ਕਿ ਜਿਹੜਾ ਹਰ ਦਿਨ ਕੰਮ ਹੋ ਰਿਹਾ ਉਹਦੀ ਪ੍ਰੋਪਰ ਇੱਕ ਰਿਪੋਰਟ ਬਣਦੀ ਰਹਿਣੀ, ਤਾਂ ਕਿ ਫਿਊਚਰ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਨਾ ਆਵੇ। ਉਹ ਰਿਪੋਰਟ ਨੂੰ ਡਿਸਕਸ ਕਰਦੇ ਰਹਿਣਾ ਕਲਾਇੰਟ ਦੇ ਨਾਲ ਕਿ ਤੁਹਾਡਾ ਇਹਨਾਂ ਸਿਸਟਮ ਡਿਜ਼ਾਈਨ ਹੋ ਗਿਆ, ਜਿੱਦਾਂ ਦਾ ਆਪਾਂ ਡਿਜ਼ਾਈਨ ਬਣਾਇਆ, ਜਿੱਦਾਂ ਦੀ ਆਪਾਂ ਕੋਡਿੰਗ ਕਰ ਰਹੇ ਹਾਂ, ਕਿ ਤੁਹਾਡੇ ਇਨਫਰਾਸਟਰਕਚਰ ਤੁਹਾਡੇ ਉਹਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਹੈ, ਤਾਂ ਕਿ ਜਦੋਂ ਫਿਊਚਰ ਦੇ ਵਿੱਚ ਆਪਣਾ ਫਾਈਨਲ ਸਟੇਜ 'ਤੇ ਸੌਫਟਵੇਅਰ ਹੋਵੇ, ਦੈਨ ਆਪਾਂ ਨੂੰ ਕਿਸੇ ਤਰ੍ਹਾਂ ਦਾ ਰਿਸਕ ਨਾ ਉਠਾਉਣਾ ਪਵੇ। ਇੱਕ ਸੌਫਟਵੇਅਰ ਇੰਜੀਨੀਅਰ ਦੇ ਕੀ ਰੋਲ ਨੇ, ਕੀ ਉਹਦੀ ਰਿਸਪੌਂਸਿਬਿਲਿਟੀ, ਕੀ ਉਹਦੇ ਵਿੱਚ ਨੈਸੈਸਰੀ ਸਕਿੱਲ ਹੋਣੀ ਚਾਹੀਦੀ ਹੈ। ਸੌਫਟਵੇਅਰ ਇੰਜੀਨੀਅਰ ਹੈ ਜੋ ਸੌਫਟਵੇਅਰ ਪ੍ਰੋਜੈਕਟ ਮੈਨੇਜਰ ਦੇ ਅੰਡਰ ਕੰਮ ਕਰੇਗਾ। ਸਭ ਨਾਲੋਂ ਪਹਿਲਾਂ ਕਿ ਉਹਦੀ ਡਿਸੀਜ਼ਨ ਮੇਕਿੰਗ ਐਬਿਲਿਟੀ ਗੁੱਡ ਹੋਣੀ ਚਾਹੀਦੀ ਹੈ, ਉਹਦੀ ਕਮਿਊਨੀਕੇਸ਼ਨ ਸਕਿੱਲ ਗੁੱਡ ਹੋਣੀ ਚਾਹੀਦੀ ਹੈ, ਟੀਮ ਦੇ ਨਾਲ ਉਹ ਚੰਗਾ ਬਿਹੇਵ ਕਰੇ, ਉਹਦੀ ਜਿਹੜੀ ਹੈਗੀ ਆ ਪਰਟੀਕੂਲਰ ਲੈਂਗੁਏਜ ਦੇ ਉੱਤੇ ਪੂਰੀ ਫੁੱਲ ਕਮਾਂਡ ਹੋਣੀ ਚਾਹੀਦੀ ਹੈ, ਉਹਨੂੰ ਪ੍ਰੋਪਰ ਪ੍ਰੋਜੈਕਟ ਨੂੰ ਕੰਟਰੋਲ ਕਰਨਾ ਆਉਣਾ ਚਾਹੀਦਾ, ਉਹਦੇ ਲੋਕ ਜਿਹੜੇ ਹੈਗੇ ਆ ਕਸਟਮਰ ਦੇ ਨਾਲ ਇੰਟਰੈਕਸ਼ਨ ਕਰਨਾ ਆਉਣਾ ਚਾਹੀਦਾ ਹੈਗਾ, ਉਹਨੂੰ ਹਰ ਇੱਕ ਟੈਕਨੋਲੋਜੀ ਦੀ ਫੁੱਲ ਨੌਲੇਜ ਹੋਣੀ ਚਾਹੀਦੀ ਹੈ, ਪ੍ਰੀਵੀਅਸ ਉਹਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਪਰਟੀਕੂਲਰ ਜਿਹੜਾ ਸੌਫਟਵੇਅਰ ਉਹਨੂੰ ਡਿਜ਼ਾਈਨ ਕਰਨ ਦਿੱਤਾ ਹੈਗਾ। ਸੌਫਟਵੇਅਰ ਦਾ ਐਸਟੀਮੇਸ਼ਨ ਦੀ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ, ਪ੍ਰੋਪਰ ਡਿਸੀਜ਼ਨ ਲੈਂਦਾ ਹੋਵੇ, ਉਹਨੂੰ ਸਿਮਿਲਰ ਟਾਈਪ ਦੇ ਪ੍ਰੋਜੈਕਟ ਦਾ ਪਹਿਲਾਂ ਐਕਸਪੀਰੀਅੰਸ ਹੋਵੇ, ਉਹਦੀ ਕਮਿਊਨੀਕੇਸ਼ਨ ਗੁੱਡ ਹੋਣੀ ਚਾਹੀਦੀ, ਉਹਦਾ ਬਿਹੇਵੀਅਰ ਦੂਜਿਆਂ ਦੇ ਨਾਲ ਗੁੱਡ ਹੋਣਾ ਚਾਹੀਦਾ, ਉਹ ਆਪਣੀ ਟੀਮ ਨੂੰ ਐਨਕਰੇਜ ਕਰਦਾ ਰਹੇ। ਇਸ ਟਾਈਪ ਜੇ ਕੋਈ ਰਿਸਕ ਆ ਜੇ ਤਾਂ ਉਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਸੋਲਿਊਸ਼ਨ ਵੀ ਉਹਦੇ ਕੋਲ ਹੋਵੇ, ਕਿੱਦਾਂ ਉਹਨੂੰ ਹੈਂਡਲ ਕਰ ਸਕਦਾ। ਇਹ ਨੈਸੈਸਰੀ ਸਕਿੱਲ ਨੇ ਇੱਕ ਸੌਫਟਵੇਅਰ ਇੰਜੀਨੀਅਰ ਦੇ। ਸੌਫਟਵੇਅਰ ਇੰਜੀਨੀਅਰਿੰਗ ਦਾ ਰਿਲੇਸ਼ਨਸ਼ਿਪ ਅਦਰ ਕੰਪਿਊਟਰ ਸਾਇੰਸ ਏਰੀਆ ਦੇ ਨਾਲ ਕੀ ਹੈ। ਸੌਫਟਵੇਅਰ ਇੰਜੀਨੀਅਰਿੰਗ ਜਿਹੜੀ ਹੈਗੀ ਆ, ਕੰਪਿਊਟਰ ਸਾਇੰਸ ਇੱਕ ਫੁੱਲ ਫਲੈਜ ਤੁਹਾਡਾ ਹੈਗਾ, ਜਿਹਨੂੰ ਆਪਾਂ ਕਹਿ ਦਾਂਗੇ ਕਿ ਕੰਪਿਊਟਰ ਸਾਇੰਸ ਇੱਕ ਫੀਲਡ ਹੈ। ਸੌਫਟਵੇਅਰ ਇੰਜੀਨੀਅਰਿੰਗ ਉਸ ਫੀਲਡ ਦਾ ਪ੍ਰੋਪਰ ਵੇ ਦੇ ਵਿੱਚ ਕਿੱਦਾਂ ਉਹਨੂੰ ਮੇਨਟੇਨ ਕਰਨਾ ਹੈ, ਕਿੱਦਾਂ ਸੌਫਟਵੇਅਰ ਨੂੰ ਡਿਜ਼ਾਈਨ ਕਰਨਾ ਹੈ, ਉਹਦੇ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਉਸ ਸੌਫਟਵੇਅਰ ਕੰਪਿਊਟਰ ਸਾਇੰਸ ਦਾ ਇੱਕ ਪਾਰਟ ਹੈ। ਤਾਂ ਕੰਪਿਊਟਰ ਸਾਇੰਸ ਦੇ ਜਿੰਨੇ ਵੀ ਅਦਰ ਸਬਜੈਕਟਸ ਨੇ ਜਾਂ ਅਦਰ ਏਰੀਆਜ਼ ਨੇ, ਉਹਨਾਂ ਨੂੰ ਟੋਟਲੀ ਜਿਹੜਾ ਇਨਫਲੂਐਂਸ ਕਰਦਾ ਸੌਫਟਵੇਅਰ ਇੰਜੀਨੀਅਰਿੰਗ, ਕਿਉਂਕਿ ਸੌਫਟਵੇਅਰ ਇੰਜੀਨੀਅਰਿੰਗ ਇੱਕ ਸਟ੍ਰੈਟਜੀ ਹੈ ਕਿ ਤੁਸੀਂ ਕੁਆਲਿਟੀ ਵਾਈਜ਼ ਸਿਸਟਮ ਬੈਸਟ ਕਿੱਦਾਂ ਬਣਾ ਸਕਦੇ ਹੋ। ਤਾਂ ਕੰਪਿਊਟਰ ਸਾਇੰਸ ਦੇ ਵਿੱਚ ਬਣਦੇ ਹੀ ਸਿਸਟਮ ਨੇ, ਤਾਂ ਸਿਸਟਮ ਨੂੰ ਇੱਕ ਪ੍ਰੋਪਰ ਵੇ ਦੇ ਵਿੱਚ ਫਸਟ ਫੇਜ਼ ਤੋਂ ਲੈ ਕੇ ਲਾਸਟ ਫੇਜ਼ ਤੱਕ ਕਿੱਦਾਂ ਤੁਸੀਂ ਇੰਪਲੀਮੈਂਟ ਕਰਕੇ ਲੈ ਕੇ ਆਉਣਾ, ਫੇਜ਼ਸ ਦੇ ਅਕੋਰਡਿੰਗ ਕੰਮ ਕਰਦੇ ਹੋ, ਤਾਂ ਜੋ ਵੀ ਤੁਸੀਂ ਕੰਮ ਕਰੋਗੇ ਕਿਸੇ ਵੀ ਕੰਪਿਊਟਰ ਸਾਇੰਸ ਦੇ ਕਿਸੇ ਵੀ ਏਰੀਆ ਦੇ ਵਿੱਚ ਕੰਮ ਕਰੋਗੇ ਬੈਸਟ ਬਣੇਗਾ। ਅਗਰ ਇਹਨਾਂ ਸੌਫਟਵੇਅਰ ਇੰਜੀਨੀਅਰਿੰਗ ਦੇ ਫੇਜ਼ਸ ਨੂੰ ਫੋਲੋ ਕਰਕੇ ਤੁਸੀਂ ਸਿਸਟਮ ਡਿਜ਼ਾਈਨ ਨਹੀਂ ਕਰਦੇ ਤਾਂ ਕਿਸੇ ਲੈਵਲ ਦੇ ਉੱਤੇ ਕੋਈ ਪ੍ਰੋਬਲਮ ਰਹਿ ਸਕਦੀ ਹੈ, ਤੁਹਾਡਾ ਸਿਸਟਮ ਕੁਆਲਿਟੀ ਵਾਈਜ਼ ਗੁੱਡ ਨਹੀਂ ਹੋਏਗਾ। ਪਹਿਲੀ ਹੈਗੀ ਪ੍ਰੋਗਰਾਮਿੰਗ ਲੈਂਗੁਏਜ। ਪ੍ਰੋਗਰਾਮਿੰਗ ਲੈਂਗੁਏਜ ਨੂੰ ਸੌਫਟਵੇਅਰ ਇੰਜੀਨੀਅਰਿੰਗ ਕਿੱਦਾਂ ਇਨਫਲੂਐਂਸ ਕਰਦਾ ਹੈ।
ਜਿਹੜੇ ਸੌਫਟਵੇਅਰ ਡਿਜ਼ਾਈਨ ਕੀਤੇ ਜਾਂਦੇ ਇੱਕ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕੀਤੇ ਜਾਂਦੇ ਆ। ਤਾਂ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਜਿਹੜੇ ਪਹਿਲਾਂ ਵਾਲੇ ਫੇਜ਼ ਹੈ ਕਿ ਆਪਾਂ ਡਿਜ਼ਾਈਨ ਬਣਾ ਲਈਏ, ਤਾਂ ਡਿਜ਼ਾਈਨ ਤੋਂ ਬਾਅਦ ਅਗਰ ਆਪਾਂ ਜਿਹੜਾ ਹੈਗਾ ਲੈਂਗੁਏਜ ਦੇ ਵਿੱਚ ਕੋਡਿੰਗ ਕਰਦੇ ਹਾਂ, ਦੈਨ ਆਪਾਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ, ਆਪਣੇ ਜਿਹੜਾ ਹੈ ਸਿਸਟਮ ਦੇ ਵਿੱਚ ਹੈਗੀਆਂ ਈਜ਼ੀਲੀ ਬਣਦਾ ਹੈ, ਐਰਰ ਫ੍ਰੀ ਕੋਡ ਬਣਦਾ ਹੈ। ਅਤੇ ਨੈਕਸਟ ਕੀ ਹੈਗਾ ਕਿ ਜਿਹੜਾ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਡਿਜ਼ਾਈਨ ਦੇ ਅਕੋਰਡਿੰਗ ਆਪਾਂ ਚੂਜ਼ ਕਰਦੇ ਹਾਂ ਕਿ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ, ਸਿਸਟਮ ਇਸ ਤਰ੍ਹਾਂ ਦਾ ਹੈ, ਉਹਦੇ ਲਈ ਪ੍ਰੋਗਰਾਮਿੰਗ ਲੈਂਗੁਏਜ ਮੈਂ ਕਿੱਦਾਂ ਚੂਜ਼ ਕਰਾਂ। ਤਾਂ ਪ੍ਰੋਗਰਾਮਿੰਗ ਲੈਂਗੁਏਜ ਨੂੰ ਚੂਜ਼ ਕਰਨ ਦੇ ਵਿੱਚ ਜਿਹੜੀ ਸੌਫਟਵੇਅਰ ਇੰਜੀਨੀਅਰਿੰਗ ਹੈ ਇੱਕ ਮੇਜਰ ਰੋਲ ਪਲੇ ਕਰਦੀ ਆ। ਸੌਫਟਵੇਅਰ ਇੰਜੀਨੀਅਰਿੰਗ ਜਿਹੜੀ ਹੈਗੀ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਆਪਣਾ ਹੈਗਾ ਜਿਹੜਾ ਹੈਗਾ ਬੈਸਟ ਰੋਲ ਪਲੇ ਕਰਦੀ ਹੈਗੀ ਹੈ। ਅਤੇ ਗੋਲ ਅਚੀਵ ਹੋਣਗੇ ਜਦੋਂ ਆਪਾਂ ਕੋਡਿੰਗ ਕਰਾਂਗੇ। ਕੋਡਿੰਗ ਆਪਾਂ ਕਦੋਂ ਕਰਾਂਗੇ? ਜਦੋਂ ਆਪਾਂ ਇਹਨਾਂ ਫੇਜ਼ਿਸ ਦੇ ਅਕੋਰਡਿੰਗ ਕੰਮ ਕਰਦੇ ਹਾਂ। ਤਾਂ ਸੌਫਟਵੇਅਰ ਇੰਜੀਨੀਅਰਿੰਗ ਪ੍ਰੋਗਰਾਮਿੰਗ ਲੈਂਗੁਏਜ ਦੇ ਲਈ ਵੀ ਲੈਂਗੁਏਜ ਨੂੰ ਇਨਫਲੂਐਂਸ ਕਰਦੀ ਹੈ। ਨੈਕਸਟ ਹੈ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਸਿਸਟਮ ਹੈ ਜਿਹਨੂੰ ਡਿਜ਼ਾਈਨ ਕੀਤਾ ਗਿਆ ਹੈਗਾ ਅਕੋਰਡਿੰਗ ਟੂ ਫੇਜ਼ਿਸ। ਅਗਰ ਅਕੋਰਡਿੰਗ ਟੂ ਫੇਜ਼ਿਸ ਇੰਜੀਨੀਅਰ ਦੀ ਜਿਹੜੀਆਂ ਆਪਣੀ ਫੇਜ਼ਿਸ ਦੇ ਅਕੋਰਡਿੰਗ ਇਹਨੂੰ ਡਿਜ਼ਾਈਨ ਕੀਤਾ ਗਿਆ ਹੈ, ਦੈਨ ਆਪਾਂ ਰਿਕੁਆਇਰਮੈਂਟ ਕਲੈਕਸ਼ਨ ਨੂੰ ਲੈ ਕੇ, ਉਹਦੇ ਡਿਜ਼ਾਈਨਿੰਗ ਨੂੰ ਲੈ ਕੇ, ਫਿਰ ਉਹਦੀ ਪ੍ਰੋਗਰਾਮਿੰਗ ਲੈਂਗੁਏਜ ਜੋ ਸਿਲੈਕਟ ਕੀਤੀ ਹੈ ਉਹਨੂੰ ਲੈ ਕੇ ਹਰ ਇੱਕ ਤਰ੍ਹਾਂ ਦੇ ਵਿੱਚ ਆਪਣੇ ਬੜੇ ਕੌਨਸ਼ੀਅਸਲੀ ਆਪਾਂ ਇਸ ਸਿਸਟਮ ਨੂੰ ਡਿਜ਼ਾਈਨ ਕੀਤਾ। ਆਪਰੇਟਿੰਗ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਸਿਸਟਮ ਹੈ ਜਿਹਨੂੰ ਆਪਾਂ ਇੱਕ ਫਲੋ ਦੇ ਵਿੱਚ ਰਨ ਕਰ ਸਕਾਂਗੇ ਜੇ ਆਪਾਂ ਇਹਦੇ ਨਾਲ ਸੌਫਟਵੇਅਰ ਇੰਜੀਨੀਅਰਿੰਗ ਦੀ ਜਿਹੜੀਆਂ ਟੈਕਨੀਕਸ ਹੈ ਉਹਨਾਂ ਨੂੰ ਲੈ ਕੇ ਚੱਲਾਂਗੇ। ਤਾਂ ਓਬਵੀਅਸ ਹੈ ਆਪਰੇਟਿੰਗ ਸਿਸਟਮ ਇਜ਼ ਅ ਪਾਰਟ ਆਫ ਕੰਪਿਊਟਰ ਸਾਇੰਸ, ਇਟ ਇਜ਼ ਆਲਸੋ ਇਨਫਲੂਐਂਸਡ ਬਾਈ ਦ ਸੌਫਟਵੇਅਰ ਇੰਜੀਨੀਅਰਿੰਗ। ਨੈਕਸਟ ਹੈ ਡਾਟਾਬੇਸ। ਡਾਟਾਬੇਸ ਨੂੰ ਕਿੱਦਾਂ ਮੈਨੇਜ ਕਰਨਾ ਹੈ, ਕਿੱਦਾਂ ਉਹਦਾ ਰੱਖ ਰਖਾਵ ਕਰਨਾ ਹੈ, ਕਿੱਦਾਂ ਉਹਨੂੰ ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਸ਼ੋ ਕਰਨਾ ਹੈ, ਕਿੱਦਾਂ ਯੂਜ਼ਰ ਨੇ ਜੋ ਰਿਕੁਐਸਟ ਕੀਤੀ ਹੈ ਉਸ ਰਿਕੁਐਸਟ ਦੇ ਅਕੋਰਡਿੰਗ ਆਪਾਂ ਡਿਸਪਲੇ ਕਰਾਉਣਾ ਹੈਗਾ ਡਾਟਾ ਨੂੰ। ਤਾਂ ਇਹ ਸਾਰਾ ਕੰਮ ਵੀ ਇੱਕ ਸੌਫਟਵੇਅਰ ਇੰਜੀਨੀਅਰਿੰਗ ਦੇ ਫੇਜ਼ਿਸ ਦੇ ਅਕੋਰਡਿੰਗ ਆਉਂਦਾ। ਪਹਿਲਾਂ ਆਪਾਂ ਰਿਕੁਆਇਰਮੈਂਟ ਦੇਖਦੇ ਹਾਂ ਯੂਜ਼ਰ ਦੀ ਕੀ ਹੈ, ਫਿਰ ਉਹਦੀ ਐਨਾਲਾਈਜ਼ ਕਰਦੇ ਹਾਂ ਕਿ ਆਪਣੇ ਕੋਲ ਡਾਟਾਬੇਸ ਦੇ ਵਿੱਚ ਕੀ ਕੁਛ ਪਿਆ ਹੈ। ਐਨਾਲਾਈਜ਼ ਕਰਨ ਤੋਂ ਬਾਅਦ ਉਹਦਾ ਪ੍ਰੋਪਰ ਸਟਰਕਚਰ ਬਣਾਉਣੇ ਆ। ਸਟਰਕਚਰ ਬਣਾਉਣ ਤੋਂ ਬਾਅਦ ਉਹਦੀ ਚੈਕਿੰਗ ਹੁੰਦੀ ਹੈ ਕਿ ਪ੍ਰੋਪਰ ਇਹ ਜਿਹੜਾ ਹੈਗਾ ਅਕੋਰਡਿੰਗ ਟੂ ਯੂਜ਼ਰ ਹੈ, ਦੈਨ ਉਹਨੂੰ ਸਰਵ ਕੀਤਾ ਜਾਂਦਾ ਹੈ। ਅਗਰ ਬਾਈ ਚਾਂਸ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਦੈਨ ਉਹਦੇ ਵਿੱਚ ਲਾਸਟ ਦੇ ਉੱਤੇ ਜਿਹੜੇ ਹੈਗੀਆਂ ਆਪਣੇ ਕੋਲ ਐਕਸਟਰਾ ਬਟਨਸ ਹੁੰਦੇ ਆ ਜਿਹਦੇ ਨਾਲ ਆਪਾਂ ਨੈਕਸਟ ਮੂਵ ਕਰਕੇ ਅਗਲੇ ਡਾਟਾ ਨੂੰ ਦੇਖ ਸਕਦੇ ਹਾਂ। ਤਾਂ ਜਿਹੜਾ ਹੈ ਡਾਟਾਬੇਸ ਇਜ਼ ਆਲਸੋ ਇਨਫਲੂਐਂਸਡ ਬਾਈ ਦ ਸੌਫਟਵੇਅਰ ਇੰਜੀਨੀਅਰਿੰਗ। ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਆਪਾਂ ਜਿਹੜੀ ਹੈ ਡਿਫਰੈਂਟ ਟਾਈਪ ਆਫ ਲੈਂਗੁਏਜਿਸ ਯੂਜ਼ ਕਰਕੇ ਆਪਾਂ ਕੀ ਕਰਦੇ ਹਾਂ, ਇੱਕ ਸਿਸਟਮ ਨੂੰ ਇੱਕ ਐਜ ਅ ਸਿਸਟਮ ਡਿਜ਼ਾਈਨ ਕਰਦੇ ਜਿਹੜਾ ਇੱਕ ਹਿਊਮਨ ਬਾਡੀ ਦੀ ਤਰ੍ਹਾਂ ਕੰਮ ਕਰਦਾ ਹੈ, ਹਿਊਮਨ ਮਾਈਂਡ ਦੀ ਤਰ੍ਹਾਂ ਬਿਹੇਵ ਕਰਦਾ ਹੈ। ਤਾਂ ਇਹਦੇ ਵਿੱਚ ਜਦੋਂ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਨੂੰ ਫੋਲੋ ਕਰਦੇ ਹਾਂ ਤਾਂ ਆਪਾਂ ਸਭ ਨੂੰ ਪਹਿਲਾਂ ਰਿਕੁਆਇਰਮੈਂਟ ਕਲੈਕਟ ਕਰਾਂਗੇ, ਫਿਰ ਰਿਕੁਆਇਰਮੈਂਟ ਦੇ ਅਕੋਰਡਿੰਗ ਸਿਸਟਮ ਡਿਜ਼ਾਈਨ ਕਰਾਂਗੇ ਅਤੇ ਜਿਹੜੇ ਫੇਜ਼ਿਸ ਹੈ ਉਹਨਾਂ ਨੂੰ ਫੋਲੋ ਕਰਦੇ ਹੋਏ ਹੀ ਆਪਾਂ ਇਸ ਸਿਸਟਮ ਨੂੰ ਡਿਜ਼ਾਈਨ ਕਰਾਂਗੇ। ਯਾਨੀ ਆਪਾਂ ਕਿਸੇ ਵੀ ਲੈਵਲ ਦੇ ਉੱਤੇ ਚਲੇ ਜਾਈਏ, ਹਰ ਲੈਵਲ ਦੇ ਉੱਤੇ ਜਿਹੜੀ ਹੈਗੀ ਸੌਫਟਵੇਅਰ ਇੰਜੀਨੀਅਰਿੰਗ ਹੀ ਕੰਮ ਆਉਂਦੀ ਹੈ, ਕਿਉਂਕਿ ਕੰਪਿਊਟਰ ਸਾਇੰਸ ਆਪਣੇ ਆਪ ਦੇ ਵਿੱਚ ਇੱਕ ਮਾਡਲ ਹੈ, ਇੱਕ ਸਿਸਟਮ ਹੈ ਜਿਸ ਨੂੰ ਕਿਸ ਪਰਪਸ ਲਈ ਯੂਜ਼ ਕੀਤਾ ਜਾਂਦਾ, ਟੂ ਸਰਵ ਦ ਸੋਸਾਇਟੀ, ਟੂ ਸੋਲਵ ਦ ਪ੍ਰੋਬਲਮ ਆਫ ਦ ਸੋਸਾਇਟੀ। ਤਾਂ ਇਹਦੇ ਵਿੱਚ ਆਪਾਂ ਡਿਫਰੈਂਟ ਫੇਜ਼ਿਸ ਦੇ ਅਕੋਰਡਿੰਗ ਕੰਮ ਕਰਦੇ ਹਾਂ। ਹਰ ਟਾਈਪ ਦੀ ਪ੍ਰੋਬਲਮ ਨੂੰ ਫੇਜ਼ਿਸ ਦੇ ਵਿੱਚ ਜਾ ਕੇ ਸਟੈਪ ਬਾਏ ਸਟੈਪ ਆਪਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਆ ਹਰ ਇੱਕ ਲੈਵਲ ਦੇ ਉੱਤੇ ਸੌਫਟਵੇਅਰ ਇੰਜੀਨੀਅਰਿੰਗ ਯੂਜ਼ ਹੋ ਰਹੀ ਹੁੰਦੀ ਹੈ। ਇਹ ਹੈਗੀ ਆਪਣਾ ਅੱਜ ਦੀ ਡਿਸਕਸ਼ਨ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਸੌਫਟਵੇਅਰ ਇੰਜੀਨੀਅਰਿੰਗ ਕੀ ਹੁੰਦੀ ਹੈ, ਕੀ ਉਹਦੇ ਕੰਪੋਨੈਂਟ ਨੇ, ਕੀ ਉਹਦੇ ਗੋਲਸ ਨੇ, ਅਤੇ ਕੀ SDLC ਦੇ ਜਿਹੜੇ ਹੈਗੇ ਸਟੈਪ ਫੇਜ਼ਿਸ ਨੇ, ਅਤੇ ਸੌਫਟਵੇਅਰ ਜਿਹੜਾ ਹੈਗਾ ਇੰਜੀਨੀਅਰ ਦੇ ਰੋਲ ਕੀ ਹੈਗੇ ਆ, ਅਤੇ ਨੈਕਸਟ ਕੀ ਹੈਗਾ ਕਿ ਸੌਫਟਵੇਅਰ ਇੰਜੀਨੀਅਰਿੰਗ ਦਾ ਅਦਰ ਏਰੀਆਜ਼ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ। ਅਗਰ ਬੱਚੇ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੁਝ ਸਮਝ ਨਹੀਂ ਆਇਆ, ਦੈਨ ਯੂ ਕੈਨ ਟੈਕਸਟ ਮੀ ਔਨ ਮਾਈ WhatsApp ਨੰਬਰ। Thank you so much for watching this video.